ਵਿਆਹ ਦੀ ਪਹਿਲੀ ਰਾਤ ਵਿੱਚ ਕਈ ਉਮੰਗਾਂ ਤੇ ਕਈ ਸੁਪਨੇ ਹੁੰਦੇ ਨੇ। ਉਸ ਤੋਂ ਉੱਤੋਂ ਜੇ ਜੀਵਨ ਸਾਥੀ ਆਪਣੀ ਪਸੰਦ ਦਾ ਹੋਵੇ ਤਾਂ ਬੇਕਰਾਰੀ ਹੋਰ ਵੀ ਵੱਧ ਜਾਂਦੀ ਹੈ। ਮੈਨੂੰ ਆਪਣੀ ਘਰਵਾਲੀ ਨੇਹਾ ਕੋਲ ਜਾਣ ਦੀ ਜਲਦੀ ਸੀ। ਉਨਾ ਹੀ ਮੇਰੇ ਦੋਸਤ ਮੈਨੂੰ ਘੇਰੀ ਬੈਠੇ ਸੀ। ਮੇਰਾ ਦਿਲ ਆਪਣੀ ਘਰਵਾਲੀ ਦੇ ਕੋਲ ਜਾਣ ਲਈ ਮਚਲ ਰਿਹਾ ਸੀ, ਪਰ ਮੇਰੇ ਦੋਸਤ ਸੀ ਕਿ ਮੈਨੂੰ ਛੱਡ ਹੀ ਨਹੀਂ ਰਹੇ ਸੀ। ਰਾਤ ਦੇ 1:30 ਵੱਜ ਗਏ। ਉਹਨਾਂ ਨੇ ਮੇਰੀ ਜਾਨ ਛੱਡੀ। ਮੈਂ ਆਪਣੇ ਕਮਰੇ ਵਿੱਚ ਗਿਆ ਤਾਂ ਰੁਕ ਗਿਆ। ਮੇਰੇ ਚਿਹਰੇ ਤੇ ਮੁਸਕਾਨ ਆਪ ਹੀ ਆਈ ਜਾਂਦੀ ਸੀ। ਅੱਜ ਨੇਹਾ ਨੂੰ ਕਹਿਣ ਲਈ ਮੇਰੇ ਕੋਲ ਬਹੁਤ ਕੁਝ ਸੀ। ਜਦੋਂ ਉਸ ਨੂੰ ਮੈਂ ਆਪਣੇ ਦੋਸਤ ਦੇ ਵਿਆਹ ਵਿੱਚ ਦੇਖਿਆ ਸੀ, ਉਦੋਂ ਤੋਂ ਹੀ ਮੈਂ ਉਸ ਦਾ ਦੀਵਾਨਾ ਹੋ ਗਿਆ ਸੀ। ਮੇਰੀ ਮਾਂ ਨੂੰ ਵੀ ਨੇਹਾ ਬਹੁਤ ਪਸੰਦ ਆਈ ਸੀ ਤੇ ਰਿਸ਼ਤਾ ਵੀ ਜਲਦੀ ਜਲਦੀ ਤੈਅ ਹੋਇਆ ਸੀ। ਅੱਜ ਉਹ ਇੱਕ ਪਰੀ ਵਾਂਗ ਸੱਜ ਕੇ ਮੇਰੇ ਕਮਰੇ 'ਚ ਮੇਰਾ ਇੰਤਜ਼ਾਰ ਕਰ ਰਹੀ ਸੀ। ਮੈਂ ਬਹੁਤ ਕੁਝ ਸੋਚ ਰੱਖਿਆ ਸੀ, ਕਿੱਦਾਂ ਉਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਾਂਗਾ। ਉਸ ਨੂੰ ਦੱਸਾਂਗਾ ਕਿ ਉਸ ਨੂੰ ਪਹਿਲੀ ਵਾਰੀ ਦੇਖ ਕੇ ਮੇਰੀ ਨੀਂਦ ਉੱਡ ਗਈ ਸੀ। ਮੈਂ ਦਰਵਾਜ਼ੇ ਦੇ ਹੈਂਡਲ ਤੇ ਹੱਥ ਰੱਖਿਆ। ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਸੀ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਨੇਹਾ ਸਾਹਮਣੇ ਬੈੱਡ ਤੇ ਬੈਠੀ ਸੀ। ਕਮਰੇ ਵਿੱਚ ਗੁਲਾਬਾਂ ਦੀ ਖੁਸ਼ਬੂ ਫੈਲੀ ਪਈ ਸੀ ਤੇ ਮੇਰੇ ਜਜ਼ਬਾਤ ਆਪਣੇ ਕਾਬੂ ਤੋਂ ਬਾਹਰ ਸੀ। ਇੱਕ ਲੰਬਾ ਸਾਹ ਖਿੱਚਦੇ ਹੋਏ ਆਪਣੇ ਕੱਪੜੇ ਬਦਲੇ ਤੇ ਨੇਹਾ ਦੇ ਕੋਲ ਜਾ ਕੇ ਬੈਠ ਗਿਆ। ਉਹ ਕੁਝ ਸਿਮਟ ਕੇ ਪਿੱਛੇ ਹੋ ਗਈ। ਮੇਰੀਆਂ ਨਜ਼ਰਾਂ ਉਸ ਦੇ ਚਿਹਰੇ ਨੂੰ ਦੇਖਣ ਲਈ ਬੇਤਾਬ ਹੋ ਰਹੀਆਂ ਸੀ ਅਤੇ ਮੈਨੂੰ ਆਪਣੇ ਆਪ ਤੇ ਘਮੰਡ ਜਿਹਾ ਹੋ ਰਿਹਾ ਸੀ ਕਿ ਮੈਂ ਕਿੰਨਾ ਕਿਸਮਤ ਵਾਲਾ ਹਾਂ। ਨੇਹਾ ਆਪਣਾ ਸਿਰ ਨੀਵਾਂ ਕਰੀ ਬੈਠੀ ਸੀ। ਨੀ ਵਾਲੀ ਗੱਲ ਇਹ ਸੀ ਕਿ ਉਹ ਬਿਲਕੁਲ ਚੁੱਪਚਾਪ ਬੈਠੀ ਸੀ। ਸ਼ਾਇਦ ਇਹ ਮੌਕਾ ਹੀ ਕੁਝ ਅਜਿਹਾ ਸੀ। ਮੈਂ ਮੁੰਡਾ ਹੋ ਕੇ ਘਬਰਾ ਰਿਹਾ ਸੀ ਤਾਂ ਫਿਰ ਉਹ ਤਾਂ ਕੁੜੀ ਸੀ, ਪਰ ਮੇਰੇ ਦਿਲ ਨੂੰ ਜਿਸ ਚੀਜ਼ ਨੇ ਬੇਚੈਨ ਕਰ ਰੱਖਿਆ ਸੀ ਉਹ ਇਹ ਸੀ ਕਿ ਉਸ ਦੇ ਚਿਹਰੇ ਤੇ ਮੁਸਕਾਨ ਨਹੀਂ ਸੀ ਜੋ ਨਵੀਂ ਨਵੇਲੀ ਦੁਲਹਨ ਦੇ ਮੂੰਹ ਤੇ ਹੁੰਦੀ ਹੈ। ਜਿੱਦਾਂ ਮੈਂ ਖੁਸ਼ ਸੀ, ਮੈਨੂੰ ਇਹ ਉਮੀਦ ਸੀ ਕਿ ਉਹ ਵੀ ਮੇਰੇ ਵਾਂਗ ਖੁਸ਼ ਹੋਊਗੀ, ਪਰ ਉਹ ਤਾਂ ਬੈਠੀ ਹੰਝੂ ਬਹਾ ਰਹੀ ਸੀ। ਮੇਰੇ ਦਿਲ ਨੂੰ ਦੇਖ ਕੇ ਇੱਕ ਧੱਕਾ ਜਿਹਾ ਲੱਗਿਆ। ਫਿਰ ਮੈਂ ਸਮਝਿਆ ਕਿ ਸ਼ਾਇਦ ਆਪਣੇ ਘਰ ਵਾਲਿਆਂ ਤੋਂ ਵਿਛੜਨ ਦਾ ਗਮ ਹੈ। ਮੈਂ ਬੜੀ ਨਰਮੀ ਨਾਲ ਉਸ ਦਾ ਹੱਥ ਫੜਿਆ, ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸਨੇ ਆਪਣਾ ਹੱਥ ਮੇਰੇ ਤੋਂ ਛੁਡਾ ਲਿਆ ਤੇ ਪਿੱਛੇ ਹੋ ਗਈ। ਇਹ ਇੱਕ ਅਜੀਬ ਹਰਕਤ ਸੀ। ਉਹ ਮੇਰੇ ਤੋਂ ਏਦਾਂ ਡਰ ਰਹੀ ਸੀ ਕਿ ਪਤਾ ਨਹੀਂ ਮੈਂ ਕੀ ਕਰ ਦੂੰਗਾ। ਨੇਹਾ ਮੈਨੂੰ ਕਹਿਣ ਲੱਗੀ, ਪਲੀਜ਼ ਮੇਰੇ ਕੋਲ ਨਾ ਆਓ, ਮੇਰੇ ਤੋਂ ਦੂਰ ਰਹੋ। ਉਹ ਬੁਰੀ ਤਰ੍ਹਾਂ ਡਰੀ ਹੋਈ ਸੀ। ਇਹ ਸੁਣ ਕੇ ਤਾਂ ਮੈਂ ਉਸਨੂੰ ਹੈਰਾਨੀ ਨਾਲ ਦੇਖ ਰਿਹਾ ਸੀ। ਦੇਖਦਾ ਹੀ ਰਹਿ ਗਿਆ। ਇਸ ਰਾਤ ਨੂੰ ਲੈ ਕੇ ਜਿੰਨੇ ਮੇਰੇ ਅਰਮਾਨ ਸੀ ਸਾਰੇ ਖਤਮ ਹੋ ਰਹੇ ਸੀ। ਜੋ ਉਮੀਦਾਂ ਮੈਂ ਆਪਣੀ ਘਰਵਾਲੀ ਤੋਂ ਰੱਖਦਾ ਸੀ ਉਹ ਪੂਰੀਆਂ ਨਹੀਂ ਹੋ ਰਹੀਆਂ ਸੀ। ਫਿਰ ਮੈਨੂੰ ਲੱਗਿਆ ਸ਼ਾਇਦ ਨਵਾਂ ਰਿਸ਼ਤਾ ਹੈ, ਇਸ ਲਈ ਘਬਰਾ ਰਹੀ ਹੈ। ਅਕਸਰ ਕੁੜੀਆਂ ਅਜਿਹੇ ਮੌਕਿਆਂ ਤੇ ਘਬਰਾ ਜਾਂਦੀਆਂ ਨੇ। ਫਿਰ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਬਹੁਤ ਹੀ ਨਰਮ ਸ਼ਬਦਾਂ ਨਾਲ ਕਿਹਾ ਕਿ ਤੂੰ ਮੇਰੀ ਘਰਵਾਲੀ ਹੈ, ਆਪਾਂ ਆਪਸ ਵਿੱਚ ਜੀਵਨ ਸਾਥੀ ਹਾਂ, ਆਪਣਾ ਬਹੁਤ ਹੀ ਪਿਆਰਾ ਜਿਹਾ ਰਿਸ਼ਤਾ ਹੈ ਤੇ ਹਰ ਕੁੜੀ ਤੇ ਹਰ ਮੁੰਡੇ ਦੀ ਜ਼ਿੰਦਗੀ ਵਿੱਚ ਇਹ ਪਲ ਜ਼ਰੂਰ ਆਉਂਦੇ ਨੇ ਤੇ ਸਾਰੀ ਜ਼ਿੰਦਗੀ ਯਾਦ ਰੱਖੇ ਜਾਂਦੇ ਨੇ। ਪਰ ਤੂੰ ਇੰਨਾ ਘਬਰਾ ਰਹੀ ਹੈ, ਉਹ ਤਾਂ ਹਰ ਕੁੜੀ ਦੀ ਕੁਝ ਨਾ ਕੁਝ ਘਬਰਾਹਟ ਹੋ ਜਾਂਦੀ ਹੈ, ਪਰ ਮੇਰੇ ਬਾਰੇ ਵੀ ਸੋਚ। ਇਸ ਰਾਤ ਲਈ ਮੈਂ ਕਿੰਨਾ ਕੁਝ ਸੋਚਿਆ ਸੀ। ਜਦੋਂ ਮੈਂ ਤੈਨੂੰ ਪਹਿਲੀ ਵਾਰੀ ਦੇਖਿਆ ਸੀ ਉਸ ਸਮੇਂ ਤੋਂ ਹੀ ਤੇਰੇ ਨਾਲ ਮੁਹੱਬਤ ਕਰ ਬੈਠਾ। ਮੈਂ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਉਸ ਦੇ ਸਾਹਮਣੇ ਕਰ ਰਿਹਾ ਸੀ, ਪਰ ਉਸ ਦਾ ਵਰਤਾਅ ਬਿਲਕੁਲ ਸਖਤ ਹੋ ਗਿਆ ਸੀ। ਮੈਂ ਆਪਣੀ ਗੱਲ ਇੱਕਦਮ ਹੀ ਵਿੱਚ ਛੱਡ ਕੇ ਚੁੱਪ ਹੋ ਗਿਆ। ਨੇਹਾ ਬਹੁਤ ਤੇਜ਼ੀ ਨਾਲ ਕਹਿਣ ਲੱਗੀ, ਮੈਂ ਕੁਝ ਨਹੀਂ ਸੁਣਨਾ ਚਾਹੁੰਦੀ, ਤੁਸੀਂ ਚੁੱਪ ਹੋ ਜਾਓ ਤੇ ਮੇਰੇ ਤੋਂ ਦੂਰ ਹੋ ਜਾਓ। ਜੇ ਮੇਰੇ ਕੋਲ ਆਏ ਤਾਂ ਮੈਂ ਰੋਣ ਲੱਗ ਜਾਣਾ ਹੈ। ਮੈਨੂੰ ਉਸ ਦੀ ਗੱਲ ਤੇ ਹੈਰਾਨੀ ਹੋ ਰਹੀ ਸੀ। ਨੇਹਾ ਇੱਕਦਮ ਬੱਚਿਆਂ ਵਾਂਗ ਗੱਲਾਂ ਕਰ ਰਹੀ ਸੀ। ਇੱਕ ਪਾਸੇ ਤਾਂ ਮੇਰਾ ਦਿਲ ਸੀ ਜੋ ਉਸ ਲਈ ਬੇਚੈਨ ਸੀ, ਦੂਜੇ ਪਾਸੇ ਨੇਹਾ ਸੀ ਜੋ ਕੁਝ ਸਮਝਣ ਨੂੰ ਤਿਆਰ ਹੀ ਨਹੀਂ ਸੀ। ਮੈਂ ਕਿਹਾ, ਤੂੰ ਕਿੱਦਾਂ ਦੀਆਂ ਗੱਲਾਂ ਕਰ ਰਹੀ ਹੈ? ਅੱਜ ਦੀ ਰਾਤ ਆਪਣੀ ਪਹਿਲੀ ਰਾਤ ਹੈ। ਇਸ ਰਾਤ ਦੇ ਲਈ ਹਰ ਕੁੜੀ ਤੇ ਮੁੰਡੇ ਦੇ ਸੁਪਨੇ ਹੁੰਦੇ ਨੇ ਤੇ ਤੂੰ ਹੈ ਕਿ ਪਤਾ ਨਹੀਂ ਆਪਣਾ ਮੂਡ ਖਰਾਬ ਕਰੀ ਬੈਠੀ ਹੈ। ਆਖਿਰ ਤੈਨੂੰ ਕੀ ਦਿੱਕਤ ਹੈ? ਜੇ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਦੱਸ ਦੇ। ਮੈਂ ਅੱਜ ਦੀ ਰਾਤ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ। ਨੇਹਾ ਮੇਰੀ ਗੱਲ ਤਾਂ ਸੁਣ। ਫਿਰ ਮੈਂ ਆਪਣੀ ਜੇਬ ਵਿੱਚੋਂ ਅੰਗੂਠੀ ਕੱਢੀ ਤੇ ਆਪਣਾ ਹੱਥ ਉਸ ਵੱਲ ਕੀਤਾ। ਮੈਂ ਕਿਹਾ, ਸਾਡੇ ਵਿੱਚ ਹਰ ਗੱਲ ਜਾਇਜ਼ ਹੈ, ਇਸ ਲਈ ਮੇਰੇ ਜਜ਼ਬਾਤਾਂ ਦਾ ਇਮਤਿਹਾਨ ਨਾ ਲੈ। ਮੇਰੇ ਸਾਹਮਣੇ ਮੇਰੀ ਬਹੁਤ ਹੀ ਸੋਹਣੀ ਘਰਵਾਲੀ ਦੁਲਹਨ ਬਣੀ ਬੈਠੀ ਸੀ। ਮੈਂ ਕਿੱਦਾਂ ਆਪਣੇ ਆਪ ਤੇ ਕੰਟਰੋਲ ਕਰ ਸਕਦਾ ਸੀ? ਕਿੱਦਾਂ ਆਪਣੇ ਹੱਕ ਦਾ ਇਸਤੇਮਾਲ ਨਾ ਕਰਦਾ? ਪਿਛਲੇ 3 ਮਹੀਨਿਆਂ ਤੋਂ ਜਿਸ ਪਲ ਦਾ ਮੈਂ ਇੰਤਜ਼ਾਰ ਕਰ ਰਿਹਾ ਸੀ। ਨੇਹਾ ਬੈੱਡ ਤੋਂ ਖੜੀ ਹੋ ਗਈ ਤੇ ਕਹਿਣ ਲੱਗੀ,
ਜੇ ਤੁਸੀਂ ਮੇਰੇ ਕਰੀਬ ਆਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਬਾਹਰ ਚਲੀ ਜਾਵਾਂਗੀ। ਇਹ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ। ਬਾਹਰ ਸਾਡੇ ਸਾਰੇ ਰਿਸ਼ਤੇਦਾਰ ਸੀ। ਜੇ ਨੇਹਾ ਬਾਹਰ ਚਲੀ ਜਾਂਦੀ ਤਾਂ ਤਮਾਸ਼ਾ ਬਣ ਜਾਂਦਾ। ਮੈਨੂੰ ਹੁਣ ਉਸ ਤੇ ਸ਼ੱਕ ਹੋਣ ਲੱਗਿਆ। ਮੈਂ ਕਿਹਾ, ਤੂੰ ਹੋਸ਼ ਵਿੱਚ ਤਾਂ ਹੈ। ਮੈਨੂੰ ਹੁਣ ਥੋੜਾ ਗੁੱਸਾ ਆ ਗਿਆ ਸੀ ਕਿ ਉਹ ਕੀ ਬੇਵਕੂਫ ਹੈ, ਤੂੰ ਇਦਾਂ ਦੀਆਂ ਗੱਲਾਂ ਕਰ ਰਹੀ ਹੈ। ਪਰ ਅਗਲੇ ਹੀ ਪਲ ਉਹ ਰੋਣ ਲੱਗੀ। ਉਸ ਨੂੰ ਰੋਂਦੇ ਦੇਖ ਮੈਂ ਆਪਣਾ ਸਿਰ ਫੜ ਕੇ ਬੈਠ ਗਿਆ ਤੇ ਫਿਰ ਸਮੇਂ ਨੂੰ ਦੇਖਦੇ ਹੋਏ ਮੈਂ ਆਪਣੇ ਆਪ ਨੂੰ ਸਮਝਾਇਆ ਅਤੇ ਸੋਚਿਆ ਕਿ ਸ਼ਾਇਦ ਉਹ ਘਬਰਾ ਰਹੀ ਹੈ। ਮੈਂ ਕਿਹਾ, ਠੀਕ ਹੈ, ਮੈਂ ਤੈਨੂੰ ਕੁਝ ਨਹੀਂ ਕਹਿੰਦਾ, ਬਾਹਰ ਨਾ ਜਾ। ਉਹ ਬਾਥਰੂਮ ਵਿੱਚ ਚਲੀ ਗਈ ਤੇ ਮੈਂ ਬਸ ਉਸ ਨੂੰ ਦੇਖਦਾ ਹੀ ਰਹਿ ਗਿਆ। ਕੁਝ ਨਹੀਂ, ਪਰ ਉਸ ਦਾ ਵਰਤਾਅ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ। ਉਹ ਆਪਣੇ ਕੱਪੜੇ ਬਦਲ ਕੇ ਬੈੱਡ ਤੇ ਆ ਕੇ ਪੈ ਗਈ, ਪਰ ਚਿਹਰੇ ਤੇ ਹਾਲੇ ਵੀ ਉਦਾਸੀ ਸੀ। ਏਦਾਂ ਲੱਗ ਰਿਹਾ ਸੀ ਜਿੱਦਾਂ ਬਹੁਤ ਡਰੀ ਹੋਵੇ। ਮੈਂ ਵੀ ਆਪਣੇ ਕੱਪੜੇ ਬਦਲੇ ਤੇ ਬੈੱਡ ਦੇ ਦੂਜੇ ਪਾਸੇ ਸੌਂ ਗਿਆ। ਮੇਰੀ ਅੱਖਾਂ ਵਿੱਚ ਨੀਂਦ ਨਹੀਂ ਸੀ। ਮੈਂ ਇੱਕ ਵਾਰੀ ਫੇਰ ਕੋਸ਼ਿਸ਼ ਕੀਤੀ ਕਿ ਉਸ ਨਾਲ ਗੱਲ ਕਰਾਂ, ਪਰ ਉਹ ਮੇਰੀ ਗੱਲ ਕਰਦੇ ਹੀ ਗੁੱਸੇ ਨਾਲ ਖਿਝ ਜਾਂਦੀ ਸੀ। ਮੈਂ ਜਿੱਦਾਂ ਹੀ ਉਸ ਦਾ ਹੱਥ ਫੜਨ ਦੀ ਕੋਸ਼ਿਸ਼ ਕਰਦਾ, ਉਹ ਬੇਚੈਨ ਹੋ ਜਾਂਦੀ, ਜਿਵੇਂ ਮੈਂ ਉਸ ਦੀ ਜਾਨ ਲੈ ਲਵਾਂਗਾ। ਡਰੇ ਹੋਏ ਸ਼ਬਦਾਂ ਵਿੱਚ ਕਹਿੰਦੀ, ਮੇਰੇ ਕੋਲ ਨਾ ਆਓ। ਉਹ ਮੇਰੇ ਤੋਂ ਡਰ ਰਹੀ ਸੀ, ਜਿਵੇਂ ਕੋਈ ਮੈਂ ਗੈਰ ਹੋਵਾਂ। ਖੈਰ, ਮੈਨੂੰ ਹਾਰ ਮੰਨਣੀ ਪਈ। ਸੌਣ ਦੇ ਇਰਾਦੇ ਨਾਲ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ, ਪਰ ਅੱਜ ਨੀਂਦ ਵੀ ਨਹੀਂ ਆ ਰਹੀ ਸੀ। ਇੱਕ ਵਾਰੀ ਫੇਰ ਅੱਖਾਂ ਖੋਲ ਕੇ ਮੈਂ ਉਸ ਦੇ ਸੋਹਣੇ ਮੁੱਖ ਨੂੰ ਦੇਖਣਾ ਚਾਹੁੰਦਾ ਸੀ, ਪਰ ਜੋ ਕੁਝ ਮੈਂ ਬਿਸਤਰੇ ਤੇ ਦੇਖਿਆ, ਮੇਰੇ ਹੋਸ਼ ਉੱਡ ਗਏ। ਉੱਥੇ ਤਾਂ ਇਹ ਦੇਖ ਕੇ ਮੈਂ ਡਰ ਹੀ ਗਿਆ ਤੇ ਚੀਕਾਂ ਮਾਰਦਾ ਕਮਰੇ ਤੋਂ ਬਾਹਰ ਆਇਆ। ਆਖਰ ਹੋਇਆ ਕੀ ਸੀ ਉਸ ਨੂੰ? ਜਦੋਂ ਮੈਂ ਆਪਣੀ ਮਾਂ ਨੂੰ ਦੱਸਿਆ ਤਾਂ ਮੇਰੀ ਮਾਂ ਕਮਰੇ ਵਿੱਚ ਆਈ ਤੇ ਮੇਰੀ ਘਰਵਾਲੀ ਨੇਹਾ ਨੂੰ ਦੇਖ ਕੇ ਪਰੇਸ਼ਾਨ ਜੀ ਹੋ ਗਈ। ਉਸਨੇ ਫਟਾਫਟ ਨੇਹਾ ਨੂੰ ਹਸਪਤਾਲ ਲਿਜਾਣ ਲਈ ਕਿਹਾ। ਉੱਥੇ ਜਾ ਕੇ ਜੋ ਖਬਰ ਮੈਨੂੰ ਸੁਣਨ 'ਚ ਮਿਲੀ, ਮੇਰੀ ਤਾਂ ਆਤਮਾ ਕੰਬ ਗਈ। ਡਾਕਟਰ ਨੇ ਮੈਨੂੰ ਦੋ ਅਜਿਹੀਆਂ ਭਿਆਨਕ ਖਬਰਾਂ ਸੁਣਾਈਆਂ ਜਿਸ ਨਾਲ ਮੇਰਾ ਦਿਲ ਦਹਿਲ ਗਿਆ। ਮੇਰੇ ਸਹੁਰਿਆਂ ਨੇ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ, ਮੈਨੂੰ ਸਮਝ ਨਹੀਂ ਆ ਰਿਹਾ ਸੀ। ਮੇਰੀ ਹਾਲਤ ਖਰਾਬ ਸੀ ਤੇ ਮੇਰੀ ਮਾਂ ਦੀ ਹਾਲਤ ਵੀ ਮੇਰੇ ਵਾਂਗ ਹੀ ਸੀ। ਹਾਲਾਂਕਿ ਮਾਂ ਨੂੰ ਤਾਂ ਨੇਹਾ ਦੇ ਬਾਰੇ ਇੱਕ ਸੱਚ ਪਤਾ ਚੱਲਿਆ ਸੀ। ਮੈਂ ਡਾਕਟਰ ਨੂੰ ਸਖਤੀ ਨਾਲ ਮਨਾ ਕਰ ਦਿੱਤਾ ਸੀ ਕਿ ਨੇਹਾ ਦੀ ਕੈਸੀ ਸੱਚਾਈ ਜਿਸ ਨੂੰ ਮੇਰਾ ਦਿਲ ਨਹੀਂ ਮੰਨ ਰਿਹਾ ਸੀ। ਘਰ ਵਿੱਚ ਨੇਹਾ ਦੀ ਅਜਿਹੀ ਹਾਲਤ ਦੇਖ ਚੁੱਕੇ ਸੀ। ਸਾਡੇ ਘਰ ਜਾਂਦਿਆਂ ਨੇ ਸਾਰਿਆਂ ਨੇ ਸਾਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਮੇਰੀ ਮਾਂ ਕਹਿਣ ਲੱਗੀ, ਇਸ ਦੇ ਘਰ ਵਾਲਿਆਂ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ। ਇੰਨੀ ਵੱਡੀ ਗੱਲ ਉਹਨਾਂ ਨੇ ਸਾਡੇ ਤੋਂ ਲੁਕਾਈ ਸੀ। ਮੈਂ ਤਾਂ ਇਸ ਕੁੜੀ ਨੂੰ ਇੱਕ ਪਲ ਆਪਣੇ ਘਰ 'ਚ ਨਹੀਂ ਰੱਖਣਾ ਤੇ ਤੂੰ ਹੁਣੇ ਇਸ ਨੂੰ ਤਲਾਕ ਦੇ ਦੇ। ਮੈਂ ਗੁੰਮਸੁੰਮ ਆਪਣੀ ਮਾਂ ਵੱਲ ਦੇਖ ਰਿਹਾ ਸੀ। ਦਿਲ ਤਾਂ ਮੇਰਾ ਵੀ ਸੀ। ਮੈਂ ਆਪਣੀ ਘਰਵਾਲੀ ਤੋਂ ਥੱਕ ਗਿਆ ਸੀ। ਗੱਲ ਹੀ ਕੁਝ ਏਦਾਂ ਦੀ ਸੀ। 3 ਮਹੀਨੇ ਪਹਿਲਾਂ ਮੈਨੂੰ ਨੇਹਾ ਮੇਰੇ ਦੋਸਤ ਦੇ ਵਿਆਹ ਵਿੱਚ ਮਿਲੀ ਸੀ। ਮੈਂ ਆਪਣਾ ਦਿਲ ਉਸ ਤੋਂ ਹਾਰ ਗਿਆ ਸੀ। ਇਹਨਾਂ 3 ਮਹੀਨਿਆਂ 'ਚ ਮੈਂ ਉਸ ਦੇ ਲਈ ਸੁਪਨੇ ਸਜਾਏ। ਅਜੀਬ ਗੱਲ ਇਹ ਸੀ ਕਿ ਰਿਸ਼ਤਾ ਪੱਕਾ ਹੁੰਦੇ ਹੀ ਜਦੋਂ ਮੇਰੀ ਮਾਂ ਨੇਹਾ ਦੇ ਕੋਲ ਬੈਠ ਕੇ ਗੱਲ ਕਰਨਾ ਚਾਹੁੰਦੀ ਤਾਂ ਉਸ ਨੂੰ ਜ਼ਿਆਦਾ ਦੇਰ ਉਸ ਦੇ ਘਰ ਵਾਲੇ ਮੇਰੀ ਮਾਂ ਕੋਲ ਬੈਠਣ ਨਹੀਂ ਦਿੰਦੇ ਸੀ। ਉਹ ਕੁਝ ਮਿੰਟਾਂ ਤੱਕ ਮੇਰੀ ਮਾਂ ਦੇ ਸਾਹਮਣੇ ਬੈਠਦੀ ਸੀ ਤਾਂ ਚੁੱਪ ਹੀ ਰਹਿੰਦੀ, ਸ਼ਾਇਦ ਇਸ ਲਈ ਕਿ ਸਾਡੇ ਤੇ ਰਾਜ ਵਿਆਹ ਤੋਂ ਪਹਿਲਾਂ ਨਾ ਖੁੱਲ੍ਹ ਜਾਵੇ। ਕਿੱਦਾਂ ਦਾ ਧੋਖਾ ਦਿੱਤਾ ਸੀ ਉਸ ਦੇ ਘਰ ਵਾਲਿਆਂ ਨੇ। ਮੈਨੂੰ ਯਾਦ ਆਉਣ ਲੱਗਿਆ ਕਿ ਜਦੋਂ ਮੈਂ ਵਿਆਹ ਦੇ ਫੰਕਸ਼ਨ ਤੇ ਉਸ ਨੂੰ ਦੇਖਿਆ ਸੀ, ਉਸ ਸਮੇਂ ਵੀ ਉਹ ਚੁੱਪ ਸੀ ਤੇ ਜੋ ਖਬਰ ਮੈਂ ਅੱਜ ਸੁਣੀ ਸੀ, ਉਸ ਨੇ ਤਾਂ ਮੇਰਾ ਦਿਮਾਗ ਹੀ ਹਿਲਾ ਕੇ ਰੱਖ ਦਿੱਤਾ ਸੀ। ਜੇ ਮੈਂ ਮੰਨਣ ਲਈ ਤਿਆਰ ਨਹੀਂ ਸੀ, ਇੰਨੀ ਵੱਡੀ ਗੱਲ ਸਮਝਣ ਤੋਂ ਮੈਂ ਬਿਲਕੁਲ ਪਰੇ ਸੀ। ਏਦਾਂ ਲੱਗ ਰਿਹਾ ਸੀ ਜਿੱਦਾਂ ਮੇਰਾ ਦਿਮਾਗ ਫਟ ਜਾਊਗਾ। ਉੱਤੋਂ ਮੇਰੀ ਮਾਂ ਨੇ ਮੈਨੂੰ ਗੱਲਾਂ-ਗੱਲਾਂ ਵਿੱਚ ਕਹਿ ਕੇ ਬੇਚੈਨ ਕਰ ਦਿੱਤਾ। ਖੈਰ, ਮੈਂ ਇਸ ਹੱਦ ਤੱਕ ਨਹੀਂ ਸੋਚਿਆ ਸੀ ਕਿ ਮੈਂ ਉਸ ਨੂੰ ਤਲਾਕ ਦੇਵਾਂਗਾ, ਕਿ ਪਹਿਲਾਂ ਹੀ ਮੇਰੇ ਰਿਸ਼ਤੇਦਾਰਾਂ ਦੇ ਸਾਹਮਣੇ ਤਮਾਸ਼ਾ ਬਣ ਗਿਆ ਹੈ। ਇਸ ਲਈ ਤੁਸੀਂ ਤਾਂ ਚੁੱਪ ਹੋ ਜਾਓ। ਮੇਰੀ ਗੱਲ ਸੁਣ ਕੇ ਮੇਰੀ ਮਾਂ ਹੋਰ ਗੁੱਸੇ ਵਿੱਚ ਆ ਗਈ ਤੇ ਕਹਿਣ ਲੱਗੀ, ਇਸ ਕੁੜੀ ਨੂੰ ਇੱਕ ਪਲ ਮੈਂ ਆਪਣੇ ਘਰ 'ਚ ਬਰਦਾਸ਼ਤ ਨਹੀਂ ਕਰੂੰਗੀ। ਇਸ ਦੇ ਘਰ ਵਾਲਿਆਂ ਨੇ ਸਾਡੇ ਤੋਂ ਇੰਨੀ ਵੱਡੀ ਗੱਲ ਲੁਕੋਈ ਹੈ। ਮੈਂ ਇਸ ਕੁੜੀ ਨੂੰ ਆਪਣੇ ਘਰ ਵਿੱਚ ਨਹੀਂ ਰੱਖਣਾ ਚਾਹੁੰਦੀ। ਇਸ ਕੁੜੀ ਨੂੰ ਸ਼ਾਮ ਨੂੰ ਸਿੱਧਾ ਇਸ ਦੇ ਪੇਕਿਆਂ ਨੂੰ ਭੇਜ ਦੇ ਤੇ ਤੂੰ ਇਸ ਦੇ ਘਰ ਵਾਲਿਆਂ ਨੂੰ ਕਹਿ ਦੇ ਕਿ ਤੁਹਾਡੀ ਕੁੜੀ ਨੂੰ ਮੈਂ ਹੁਣ ਨਹੀਂ ਰੱਖਾਂਗਾ, ਤੂੰ ਇਸ ਨੂੰ ਤਲਾਕ ਦੇਏਗਾ। ਬਸ ਮੇਰਾ ਇਹੀ ਫੈਸਲਾ ਹੈ। ਅਜਿਹੀ ਕੁੜੀ ਨਾਲ ਮੇਰਾ ਸੋਹਣਾ ਸੁਨੱਖਾ ਮੁੰਡਾ ਕਿਉਂ ਰਵੇ? ਮੇਰੀ ਗੱਲ ਕੰਨ ਖੋਲ ਕੇ ਸੁਣ ਲੈ। ਮੈਂ ਤੇਰੀ ਜ਼ਿੰਦਗੀ ਬਰਬਾਦ ਨਹੀਂ ਹੋਣ ਦੇਣੀ। ਮੇਰੇ ਦਿਲ ਵਿੱਚ ਤੂਫਾਨ ਸੀ ਕਿ ਇੰਨੀ ਵੱਡੀ ਗੱਲ ਨੇਹਾ ਦੇ ਘਰ ਵਾਲਿਆਂ ਨੇ ਮੇਰੇ ਤੋਂ ਕਿਉਂ ਲੁਕੋਈ ਸੀ। ਜੋ ਸੱਚ ਮੈਂ ਉਸ ਬਾਰੇ ਜਾਣ ਚੁੱਕਿਆ ਸੀ। ਮੁਮਕਿਨ ਨਹੀਂ ਸੀ ਕਿ ਮੈਂ ਅਜਿਹੀ ਕੁੜੀ ਨੂੰ ਆਪਣੇ ਕੋਲ ਰੱਖਾਂ। 2 ਘੰਟਿਆਂ ਬਾਅਦ
ਨੇਹਾ ਨੂੰ ਹੋਸ਼ ਆ ਗਿਆ। ਅਸੀਂ ਉਸ ਨੂੰ ਲੈ ਕੇ ਉਸ ਦੇ ਮਾਪਿਓ ਦੇ ਘਰ ਗਏ। ਉਸ ਦੇ ਪਿਓ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਨੇਹਾ ਦਾ ਭਰਾ ਉਸ ਨੂੰ ਹਸਪਤਾਲ ਲੈ ਕੇ ਗਿਆ ਸੀ। ਹੁਣ ਇਸ ਸਮੇਂ ਅਸੀਂ ਕੀ ਗੱਲ ਕਰਦੇ। ਨੇਹਾ ਵੀ ਆਪਣੇ ਪਿਓ ਨੂੰ ਦੇਖ ਕੇ ਰੋਣ ਲੱਗੀ, ਪਰ ਮੇਰੀ ਮਾਂ ਇੱਕੋ ਗੱਲ ਤੇ ਅੜੀ ਹੋਈ ਸੀ ਕਿ ਮੈਂ ਆਪਣੀ ਮਾਂ ਨੂੰ ਹੈਰਾਨੀ ਨਾਲ ਦੇਖਿਆ ਤੇ ਮੈਂ ਕਿਹਾ, ਮਾਂ ਤੁਹਾਨੂੰ ਕੀ ਹੋ ਗਿਆ? ਨੇਹਾ ਦੇ ਪਾਪਾ ਦਾ ਕੀ ਹਾਲ ਹੈ, ਤੁਹਾਨੂੰ ਨਜ਼ਰ ਨਹੀਂ ਆਉਂਦਾ? ਅਜਿਹੇ ਮੌਕੇ ਤੇ ਆਪਾਂ ਇਦਾਂ ਦੀ ਗੱਲ ਨਹੀਂ ਕਰ ਸਕਦੇ। ਮੈਂ ਗੁੱਸੇ ਨਾਲ ਆਪਣੀ ਮਾਂ ਨੂੰ ਰੋਕ ਦਿੱਤਾ ਸੀ। ਮੇਰੀ ਮਾਂ ਮੇਰਾ ਗੁੱਸਾ ਦੇਖ ਕੇ ਚੁੱਪ ਤਾਂ ਹੋ ਗਈ ਸੀ, ਪਰ ਉਸ ਦੇ ਚਿਹਰੇ ਤੇ ਗੁੱਸਾ ਨਜ਼ਰ ਆ ਰਿਹਾ ਸੀ। ਨੇਹਾ ਨੂੰ ਮੈਂ ਉਸ ਦੀ ਮਾਂ ਕੋਲ ਛੱਡ ਕੇ ਵਾਪਸ ਆ ਗਿਆ। ਸਾਰੇ ਰਿਸ਼ਤੇਦਾਰਾਂ ਦੀ ਜ਼ੁਬਾਨ ਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੀ। ਫਿਰ ਉਹ ਲੋਕ ਸਾਡੇ ਘਰ ਤੋਂ ਚਲੇ ਗਏ ਸੀ ਤੇ ਮੈਂ ਆਪਣਾ ਸਿਰ ਫੜ ਕੇ ਬੈਠ ਗਿਆ। ਸੋਚਿਆ ਕੀ ਸੀ ਤੇ ਕੀ ਹੋ ਗਿਆ ਸੀ, ਪਰ ਹੁਣ ਮੈਂ ਚੁੱਪ ਰਹਿਣਾ ਹੀ ਠੀਕ ਸਮਝਿਆ। ਪਰ ਜਦੋਂ ਵੀ ਮੈਂ ਦਫ਼ਤਰ ਤੋਂ ਘਰ ਆਉਂਦਾ, ਮੇਰੀ ਮਾਂ ਮੈਨੂੰ ਇੱਕੋ ਗੱਲ ਕਹਿੰਦੀ, ਤਲਾਕ ਦੇ ਪੇਪਰ ਤਿਆਰ ਕਰ ਤੇ ਉਹਨਾਂ ਦੇ ਮੂੰਹ ਤੇ ਮਾਰ ਜਿਨ੍ਹਾਂ ਨੇ ਸਾਡੇ ਨਾਲ ਲੱਖਾਂ ਦਾ ਖਰਚਾ ਕਰਵਾ ਦਿੱਤਾ ਤੇ ਤੇਰੀ ਜ਼ਿੰਦਗੀ ਖਰਾਬ ਕਰਨ 'ਚ ਕੋਈ ਕਸਰ ਨਹੀਂ ਛੱਡੀ। ਮੈਂ ਇਸ ਗੱਲ ਨੂੰ ਬਸ ਧਿਆਨ ਨਾਲ ਸੁਣ ਰਿਹਾ ਸੀ ਤੇ ਕੁਝ ਦਿਨਾਂ ਬਾਅਦ ਨੇਹਾ ਦੇ ਭਰਾ ਦਾ ਫੋਨ ਆਇਆ ਕਿ ਨੇਹਾ ਨੂੰ ਲੈ ਜਾਓ। ਮਾਂ ਮੇਰੇ ਨਾਲ ਉਹਨਾਂ ਦੇ ਘਰ ਗਈ ਸੀ ਤੇ ਉਸ ਦੀ ਮਾਂ ਤੇ ਭਰਾ ਨੂੰ ਜਦੋਂ ਅਸੀਂ ਸੱਚ ਪੁੱਛਿਆ ਤਾਂ ਉਹਨਾਂ ਦਾ ਮੂੰਹ ਹੀ ਉੱਡ ਗਿਆ। ਕਹਿਣ ਲੱਗੇ, ਸਾਨੂੰ ਇਸ ਬਾਰੇ ਕੁਝ ਨਹੀਂ ਪਤਾ। ਪਰ ਮੇਰੀ ਮਾਂ ਕਹਿਣ ਲੱਗੀ, ਤੁਸੀਂ ਸਾਨੂੰ ਧੋਖਾ ਦਿੱਤਾ। ਜਦੋਂ ਕਿ ਨੇਹਾ ਦੀ ਮਾਂ ਨੂੰ ਲੱਗਿਆ ਕਿ ਸਾਨੂੰ ਹੁਣ ਸੱਚ ਦੱਸਣਾ ਹੀ ਪੈਣਾ ਹੈ, ਲੁਕਾਉਣ ਦਾ ਕੋਈ ਫਾਇਦਾ ਨਹੀਂ। ਉਹ ਰੋਂਦੇ-ਰੋਂਦੇ ਕਹਿਣ ਲੱਗੀ, ਸਾਡੀ ਇਕੱਲੀ ਧੀ ਹੈ, ਇਸ ਦੇ ਪਾਪਾ ਦੀ ਸਿਹਤ ਵੀ ਠੀਕ ਨਹੀਂ। ਅਸੀਂ ਚਾਹੁੰਦੇ ਤਾਂ ਸੀ ਉਸ ਦਾ ਵਿਆਹ ਨਾ ਕਰੀਏ, ਪਰ ਮੇਰੇ ਤੇ ਮੇਰੇ ਘਰ ਵਾਲੇ ਤੋਂ ਬਿਨਾਂ ਨੇਹਾ ਦਾ ਇਸ ਘਰ ਵਿੱਚ ਕੋਈ ਨਹੀਂ। ਉਸ ਦੀਆਂ ਭਾਬੀਆਂ ਉਸ ਤੇ ਜ਼ੁਲਮ ਕਰਦੀਆਂ ਨੇ। ਮੇਰੀ ਬੱਚੀ ਦਾ ਕੀ ਹੁੰਦਾ? ਅਸੀਂ ਡਾਕਟਰਾਂ ਨੂੰ ਦਿਖਾਇਆ ਸੀ ਤੇ ਡਾਕਟਰਾਂ ਨੇ ਕਿਹਾ ਸੀ ਕਿ ਸਾਨੂੰ ਉਮੀਦ ਹੈ ਕਿ ਵਿਆਹ ਤੋਂ ਬਾਅਦ ਨੇਹਾ ਠੀਕ ਹੋ ਸਕਦੀ ਹੈ, ਇਸ ਲਈ ਉਸ ਦਾ ਵਿਆਹ ਕੀਤਾ ਸੀ। ਅਸੀਂ ਤੁਹਾਨੂੰ ਵਿਆਹ ਤੋਂ ਪਹਿਲਾਂ ਦੱਸਣਾ ਚਾਹੁੰਦੇ ਸੀ, ਪਰ ਤੁਸੀਂ ਫੇਰ ਉਸ ਨਾਲ ਵਿਆਹ ਨਾ ਕਰਦੇ, ਇਸ ਲਈ ਤੁਹਾਨੂੰ ਧੋਖੇ ਵਿੱਚ ਰੱਖ ਕੇ ਵਿਆਹ ਕੀਤਾ। ਅਸੀਂ ਸੋਚਿਆ ਸੀ ਵਿਆਹ ਤੋਂ ਬਾਅਦ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਊਗਾ ਤੇ ਨੇਹਾ ਵੀ ਠੀਕ ਹੋ ਜਾਊਗੀ। ਉਸ ਦੀ ਮਾਂ ਮੇਰੀ ਮਾਂ ਦੇ ਸਾਹਮਣੇ ਹੱਥ ਜੋੜਨ ਲੱਗੀ ਕਿ ਜੇ ਤੁਸੀਂ ਮੇਰੀ ਧੀ ਨੂੰ ਛੱਡ ਦਿੱਤਾ, ਮੇਰੇ ਘਰ ਵਾਲੇ ਤੋਂ ਸਦਮਾ ਬਰਦਾਸ਼ਤ ਨਹੀਂ ਹੋਣਾ। ਮੇਰੀ ਮਾਂ ਉਹਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ, ਪਰ ਮੈਂ ਉਹਨਾਂ ਨੂੰ ਤਸੱਲੀ ਦਿੱਤੀ ਕਿ ਤੁਸੀਂ ਪਰੇਸ਼ਾਨ ਨਾ ਹੋਵੋ, ਅਸੀਂ ਵੀ ਚਾਹੁੰਦੇ ਹਾਂ ਕਿ ਅੰਕਲ ਨੂੰ ਕੁਝ ਨਾ ਹੋਵੇ। ਉਹ ਮੈਨੂੰ ਬੇਨਤੀ ਕਰਨ ਲੱਗੀ, ਨੇਹਾ ਨੂੰ ਆਪਣੇ ਨਾਲ ਲੈ ਜਾ। ਮੈਂ ਆਪਣੀ ਸੱਸ ਦੇ ਜੁੜੇ ਹੋਏ ਹੱਥਾਂ ਨੂੰ ਦੇਖ ਕੇ ਮਜਬੂਰ ਹੋ ਗਿਆ ਤੇ ਨੇਹਾ ਨੂੰ ਆਪਣੇ ਨਾਲ ਲੈ ਆਇਆ। ਸਾਰੇ ਮਹਿਮਾਨ ਤਾਂ ਜਾ ਚੁੱਕੇ ਸੀ, ਘਰ ਵਿੱਚ ਮੈਂ ਤੇ ਮੇਰੀ ਮਾਂ ਹੀ ਸੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਤੁਸੀਂ ਚੁੱਪ ਰਹੋ, ਹਾਲੇ ਕੁਝ ਸੋਚਣ ਦੀ ਹਾਲਤ ਵਿੱਚ ਨਹੀਂ ਹਾਂ। ਵਿਆਹ ਦੀ ਰਾਤ ਜਦੋਂ ਮੈਂ ਨੇਹਾ ਨੂੰ ਦੇਖਿਆ ਸੀ ਤਾਂ ਪਤਾ ਨਹੀਂ ਕਿਉਂ ਉਸ ਦਾ ਰੰਗ ਪੀਲਾ ਪੈ ਗਿਆ ਸੀ ਤੇ ਉਸ ਦੀ ਹਾਲਤ ਖਰਾਬ ਹੋਣ ਲੱਗੀ ਸੀ। ਮੈਂ ਸਭ ਕੁਝ ਭੁੱਲ ਕੇ ਨੇਹਾ ਦੇ ਬਦਲਦੇ ਰੰਗ ਨੂੰ ਦੇਖ ਕੇ ਪਰੇਸ਼ਾਨ ਹੋ ਗਿਆ ਸੀ। ਉਸ ਦੇ ਮੂੰਹ ਚੋਂ ਝੱਗ ਨਿਕਲ ਰਹੀ ਸੀ ਤੇ ਉਸ ਦੇ ਹੱਥ ਟੇਢੇ ਹੋਣ ਲੱਗੇ ਸੀ। ਜਦੋਂ ਮੈਂ ਉੱਥੋਂ ਲੈ ਕੇ ਗਿਆ ਤਾਂ ਡਾਕਟਰ ਨੇ ਕਿਹਾ ਕਿ ਉਹ ਦਿਮਾਗੀ ਤੌਰ ਤੇ ਠੀਕ ਨਹੀਂ, ਇਸ ਨੂੰ ਦੌਰੇ ਪੈਂਦੇ ਨੇ। ਇਸ ਦਾ ਦਿਮਾਗ ਘੱਟ ਉਮਰ ਦੇ ਬੱਚਿਆਂ ਵਰਗਾ ਹੈ। ਨੇਹਾ 21 ਸਾਲ ਦੀ ਸੀ, ਪਰ ਉਸ ਦੀ ਹਾਲਤ 8 ਸਾਲ ਦੇ ਬੱਚੇ ਵਰਗੀ ਸੀ। ਇਹ ਗੱਲ ਉਸ ਦੇ ਘਰਦਿਆਂ ਨੇ ਲੁਕੋਈ, ਪਰ ਉਸ ਦਾ ਇੱਕ ਹੋਰ ਸੱਚ ਵੀ ਸੀ ਜਿਸਨੇ ਮੇਰੇ ਹੋਸ਼ ਹੀ ਖੋਹ ਲਏ। ਮੈਂ ਉਹ ਸੱਚ ਡਾਕਟਰ ਨੂੰ ਕਹਿ ਕੇ ਆਪਣੀ ਮਾਂ ਨੂੰ ਦੱਸਣ ਤੋਂ ਮਨਾ ਕਰ ਦਿੱਤਾ ਸੀ। ਦੂਜੀ ਗੱਲ ਜੋ ਮੈਨੂੰ ਪਤਾ ਲੱਗੀ ਸੀ, ਉਸ ਗੱਲ ਤੋਂ ਤਾਂ ਉਸ ਦੇ ਘਰ ਵਾਲੇ ਵੀ ਅਣਜਾਣ ਸੀ, ਕਿਉਂਕਿ ਨੇਹਾ ਦੇ ਪਾਪਾ ਦੀ ਹਾਲਤ ਖਰਾਬ ਹੁੰਦੀ ਦੇਖ ਮੈਂ ਉਸ ਨੂੰ ਵਾਪਸ ਤਾਂ ਲੈ ਆਇਆ ਸੀ, ਪਰ ਜੇ ਸੱਚ ਨੂੰ ਮੈਂ ਜਾਣ ਗਿਆ ਸੀ, ਉਸ ਤੋਂ ਬਾਅਦ ਮੈਂ ਉਸ ਦੇ ਨੇੜੇ ਨਹੀਂ ਜਾਣਾ ਚਾਹੁੰਦਾ ਸੀ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਵਿਆਹ ਤੋਂ ਬਾਅਦ ਨੇਹਾ ਇੰਨਾ ਵੱਡਾ ਖੇਲ ਸਕਦੀ ਹੈ। ਡਰੀ-ਡਰੀ ਰਹਿੰਦੀ ਸੀ। ਜਦੋਂ ਮੈਂ ਉਸ ਨੂੰ ਉਸ ਦੇ ਪੇਕੇ ਲੈ ਕੇ ਆਇਆ ਸੀ ਤਾਂ ਨੇਹਾ ਮੇਰੀ ਮਾਂ ਦੇ ਕਮਰੇ ਵਿੱਚ ਸੋਇਆ ਕਰਦੀ ਸੀ। ਮੇਰਾ ਦਿਲ ਵੀ ਨਹੀਂ ਕਰਦਾ ਸੀ ਕਿ ਉਹ ਮੇਰੇ ਨਾਲ ਮੇਰੇ ਬੈੱਡ ਤੇ ਸੌਵੇ। ਮੈਂ ਜਾਣਦਾ ਸੀ ਕਿ ਮੇਰੀ ਮਾਂ ਦਾ ਵਰਤਾਅ ਉਸ ਨਾਲ ਠੀਕ ਨਹੀਂ, ਪਰ ਉਹ ਇਦਾਂ ਦਾ ਵਰਤਾਅ ਦਿਨ ਭਰ ਉਸ ਦੇ ਨਾਲ ਕਰਦੀ ਸੀ। ਮੈਂ ਆਪਣੇ ਦਫ਼ਤਰੋਂ ਆਇਆ, ਉਹ ਗੁੱਡੀ ਨਾਲ ਖੇਡ ਰਹੀ ਸੀ ਤੇ ਮੈਂ ਜਿੱਦਾਂ ਹੀ ਕਮਰੇ ਵਿੱਚ ਆਇਆ ਉਸ ਦਾ ਰੰਗ ਪੀਲਾ ਪੈ ਗਿਆ। ਉਹ ਮੇਰੇ ਤੋਂ ਡਰਦੀ ਸੀ, ਇਸ ਲਈ ਮੈਂ ਕੋਸ਼ਿਸ਼ ਕਰਦਾ ਕਿ ਜਿੱਥੇ ਉਹ ਹੋਵੇ ਮੈਂ ਨਾ ਜਾਵਾਂ। ਨੇਹਾ ਮੇਰੀ ਮਾਂ ਦੇ ਨਾਲ ਹੀ ਸੌਂਦੀ ਸੀ। ਮੈਨੂੰ ਬਸ ਉਸ ਦੇ ਪਿਓ ਦੀ ਸਿਹਤ ਦਾ ਠੀਕ ਹੋਣ ਦਾ ਇੰਤਜ਼ਾਰ ਸੀ। ਜਿੱਦਾਂ ਹੀ ਉਹਨਾਂ ਦੀ ਸਿਹਤ ਠੀਕ ਹੁੰਦੀ, ਮੈਂ ਉਸ ਨੂੰ ਤਲਾਕ ਦੇ ਕੇ ਉਸ ਦੇ ਘਰ ਭੇਜ ਦਿੰਦਾ, ਕਿਉਂਕਿ ਮੈਂ ਇੱਕ ਮਰਦ ਸੀ। ਇਸ ਲਈ ਕਦੇ ਵੀ ਅਜਿਹੀ ਕੁੜੀ ਨਾਲ ਮੈਂ ਜ਼ਿੰਦਗੀ ਨਹੀਂ ਬਿਤਾ ਸਕਦਾ ਸੀ ਜਿਸ ਦਾ ਦਿਮਾਗ ਛੋਟੇ ਬੱਚੇ ਵਰਗਾ ਹੋਵੇ। ਪਰ ਜਦੋਂ ਮੈਂ
ਉਸ ਦਿਨ ਦਫ਼ਤਰੋਂ ਘਰ ਆਇਆ ਤਾਂ ਘਰ ਵਿੱਚ ਆਉਂਦੇ ਹੀ ਜੋ ਮੈਂ ਦੇਖਿਆ, ਮੈਨੂੰ ਆਪਣੀ ਮਾਂ ਤੇ ਅਫਸੋਸ ਹੋਇਆ ਸੀ। ਉਹ ਨੇਹਾ ਨੂੰ ਮਾਰ ਰਹੀ ਸੀ ਤੇ ਕਹਿ ਰਹੀ ਸੀ, ਇੱਕ ਕੰਮ ਵੀ ਢੰਗ ਨਾਲ ਨਹੀਂ ਆਉਂਦਾ, ਤੂੰ ਹਰ ਸਮੇਂ ਖੇਡਦੀ ਰਹਿੰਦੀ ਹੈ, ਮੇਰੀ ਸਾਰੀ ਰੋਟੀ ਜਲਾ ਦਿੱਤੀ, ਤੈਨੂੰ ਕਹਿ ਕੇ ਗਈ ਸੀ। ਤੇ ਮਾਂ ਨੇਹਾ ਨੂੰ ਕੁੱਟ ਰਹੀ ਸੀ ਅਤੇ ਉਹ ਉਸਦੀ ਗੁੱਡੀ ਵੀ ਉਸਨੇ ਉਸ ਤੋਂ ਖੋਹ ਲਈ ਸੀ। ਉਹ ਬੱਚਿਆਂ ਵਾਂਗ ਰੋਣ ਲੱਗੀ ਤੇ ਮੈਂ ਦੇਖ ਕੇ ਡਰ ਗਿਆ ਤੇ ਪਰੇਸ਼ਾਨ ਹੋ ਗਿਆ, ਕਿਉਂਕਿ ਨੇਹਾ ਉਸ ਸਮੇਂ ਰੋ ਰਹੀ ਸੀ ਤੇ ਬੁੱਲ ਤੋਂ ਵੀ ਖੂਨ ਆ ਰਿਹਾ ਸੀ। ਤੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਤੁਹਾਡੇ ਤੋਂ ਉਮੀਦ ਨਹੀਂ ਸੀ, ਤੁਹਾਨੂੰ ਪਤਾ ਹੈ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ, ਉਹਨੂੰ ਕਿੱਥੋਂ ਰਸੋਈ ਦੇ ਕੰਮ ਆਉਣਗੇ, ਤੁਸੀਂ ਅੱਗੇ ਤੋਂ ਉਸ ਤੇ ਹੱਥ ਨਾ ਚੁੱਕਿਓ। ਇਹ ਕਹਿ ਕੇ ਮੈਂ ਉਸ ਨੂੰ ਆਪਣੇ ਨਾਲ ਕਮਰੇ ਵਿੱਚ ਲੈ ਆਇਆ, ਉਸ ਨੂੰ ਬੈੱਡ ਤੇ ਬਿਠਾਇਆ ਤੇ ਉਹ ਰੋ ਰਹੀ ਸੀ। ਮੈਂ ਉਸ ਦੇ ਬੁੱਲ ਉੱਤੋਂ ਖੂਨ ਸਾਫ਼ ਕੀਤਾ ਤੇ ਆਪਣੀ ਗੁੱਡੀ ਨੂੰ ਸੀਨੇ ਨਾਲ ਲਾ ਕੇ ਰੋਂਦੇ ਹੋਏ ਪੁੱਛ ਰਹੀ ਸੀ ਕਿ ਤੂੰ ਠੀਕ ਹੈ, ਤੈਨੂੰ ਤਾਂ ਸੱਟ ਨਹੀਂ ਲੱਗੀ। ਉਸਨੇ ਆਪਣੀ ਤਕਲੀਫ ਦੀ ਪਰਵਾਹ ਨਹੀਂ ਸੀ। ਕਿੰਨੀ ਭੋਲੀ ਲੱਗ ਰਹੀ ਸੀ ਨੇਹਾ, ਉਸ ਨੂੰ ਗੁੱਡੀ ਦੀ ਚਿੰਤਾ ਸੀ। ਮੇਰਾ ਜ਼ਰਾ ਜਿਹਾ ਧਿਆਨ ਪਾ ਕੇ ਉਸ ਦਾ ਡਰ ਦੂਰ ਹੋ ਗਿਆ ਸੀ, ਜੋ ਮੈਨੂੰ ਦੇਖ ਕੇ ਉਸ ਨੂੰ ਹੋ ਜਾਂਦਾ ਸੀ। ਰਾਤ ਨੂੰ ਜਦੋਂ ਮੈਂ ਉਸ ਨੂੰ ਕਿਹਾ ਕਿ ਮੰਮੀ ਕੋਲ ਜਾ ਤਾਂ ਉਹ ਕਹਿਣ ਲੱਗੀ, ਮੈਨੂੰ ਇਸੇ ਕਮਰੇ ਵਿੱਚ ਰਹਿਣ ਦਿਓ, ਉਹ ਮੈਨੂੰ ਜ਼ਮੀਨ ਤੇ ਸਵਾਉਂਦੀ ਹੈ, ਮੈਨੂੰ ਠੰਡ ਲੱਗਦੀ ਹੈ ਤੇ ਉੱਪਰ ਲੈਣ ਲਈ ਚਾਦਰ ਵੀ ਨਹੀਂ ਦਿੰਦੀ। ਇਹ ਸੁਣ ਕੇ ਮੈਨੂੰ ਉਸ ਤੇ ਤਰਸ ਆਇਆ ਕਿ ਆਪਣੀ ਮਾਂ ਤੇ ਗੁੱਸਾ, ਜੋ ਕੁਝ ਹੋਇਆ ਸੀ ਉਸ ਵਿੱਚ ਕਿਤੇ ਨਾ ਕਿਤੇ ਮੈਂ ਦੋਸ਼ੀ ਜ਼ਰੂਰ ਸੀ। ਮੈਂ ਉਸ ਨੂੰ ਬੈੱਡ ਤੇ ਪਾਇਆ ਤੇ ਆਪ ਜ਼ਮੀਨ ਤੇ ਪੈ ਗਿਆ। ਮੈਨੂੰ ਹੈਰਾਨੀ ਨਾਲ ਦੇਖ ਰਹੀ ਸੀ। ਹੁਣ ਮੈਂ ਉਸ ਦਾ ਧਿਆਨ ਰੱਖਦਾ ਸੀ ਤੇ ਜਦੋਂ ਵੀ ਦਫ਼ਤਰ ਤੋਂ ਘਰ ਆਉਂਦਾ ਸੀ ਉਸ ਦੇ ਲਈ ਮੈਂ ਟੌਫੀਆਂ ਤੇ ਚਾਕਲੇਟ ਲੈ ਕੇ ਆਉਂਦਾ। ਉਹ ਬੱਚਿਆਂ ਵਾਂਗ ਖੁਸ਼ ਹੋ ਜਾਂਦੀ ਸੀ। ਸੋ ਹੁਣ ਉਹ ਮੇਰੇ ਨਾਲ ਗੱਲਾਂ ਕਰਦੀ ਸੀ। ਮੇਰੇ ਦਿਲ ਵਿੱਚ ਵਾਰ-ਵਾਰ ਹਾਲੇ ਉਹੀ ਸੱਚ ਨੂੰ ਜਾਣਨ ਦੇ ਅਜੀਬ ਖਿਆਲ ਆਉਂਦੇ ਸੀ, ਉਹ ਸੱਚ ਜੋ ਅਜੇ ਤੱਕ ਮੈਂ ਕਿਸੇ ਨੂੰ ਨਹੀਂ ਦੱਸਿਆ ਸੀ, ਪਰ ਮੈਂ ਜਾਣਨਾ ਚਾਹੁੰਦਾ ਸੀ ਕਿ ਆਖਰ ਉਹ ਸੱਚ ਦੀ ਤਹਿ ਤੱਕ ਪਹੁੰਚਾਂ। ਜਦੋਂ ਕਿ ਮੈਂ ਨੇਹਾ ਦਾ ਚਿਹਰਾ ਦੇਖਦਾ, ਮੇਰੇ ਦਿਲ ਦੇ ਉੱਤੇ ਬਸ ਨਾ ਰਹਿੰਦਾ। ਪਹਿਲੀ ਨਜ਼ਰ ਵਿੱਚ ਮੈਨੂੰ ਪਿਆਰ ਹੋਇਆ ਸੀ, ਉਹ ਹੁਣ ਵੱਧਦਾ ਹੀ ਜਾ ਰਿਹਾ ਸੀ। ਹਾਲਾਂਕਿ ਮੈਂ ਸੋਚ ਲਿਆ ਕਿ ਉਸ ਦੇ ਪਾਪਾ ਦੀ ਸਿਹਤ ਠੀਕ ਹੋਵੇ ਤਾਂ ਉਸ ਨੂੰ ਮੈਂ ਤਲਾਕ ਦੇ ਕੇ ਉਸ ਦੇ ਘਰ ਭੇਜ ਦੇਵਾਂਗਾ। ਮੈਂ ਭਲਾ ਅਜਿਹੀ ਕੁੜੀ ਨਾਲ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰ ਸਕਦਾ ਹਾਂ। ਮੈਂ ਇਹੀ ਸੋਚਦਾ ਰਹਿੰਦਾ ਸੀ ਕਿ ਉਸ ਦੇ ਪਾਪਾ ਦੀ ਸਿਹਤ ਠੀਕ ਹੋਵੇ, ਪਰ ਇਸ ਗੱਲ ਲਈ ਮੇਰਾ ਦਿਲ ਮੇਰਾ ਸਾਥ ਨਹੀਂ ਦਿੰਦਾ ਸੀ। ਮੇਰਾ ਦਿਲ ਮੈਨੂੰ ਇਸ ਗੱਲ ਲਈ ਇਜਾਜ਼ਤ ਨਹੀਂ ਦੇ ਰਿਹਾ ਸੀ ਕਿ ਮੈਂ ਉਸ ਤੋਂ ਤਲਾਕ ਲਵਾਂ। ਇਸ ਲਈ ਇੱਕ ਵਾਰੀ ਮੈਂ ਉਸ ਨੂੰ ਕੋਲ ਬਿਠਾ ਕੇ ਪੁੱਛਿਆ ਤੇ ਉਸ ਨਾਲ ਹੋਏ ਹਾਦਸੇ ਬਾਰੇ ਉਸ ਨੂੰ ਪੁੱਛਣ ਲੱਗੀ। ਉਸ ਨੂੰ ਕਿਹਾ, ਮੈਂ ਤੈਨੂੰ ਟੌਫੀਆਂ ਦਊਂਗਾ, ਉਹ ਦੱਸ ਕੌਣ ਸੀ ਜਿਸਨੇ ਤੇਰੇ ਨਾਲ ਇੰਨੀ ਘਟੀਆ ਹਰਕਤ ਕੀਤੀ ਸੀ। ਇਹ ਸੁਣ ਕੇ ਉਸ ਦੇ ਚਿਹਰੇ ਦਾ ਰੰਗ ਬਦਲ ਗਿਆ ਤੇ ਹੱਥ ਵਿੱਚ ਟੌਫੀ ਉਸਨੇ ਸੋਫੇ ਤੇ ਰੱਖ ਦਿੱਤੀ ਤੇ ਕਮਰੇ ਤੋਂ ਬਾਹਰ ਚਲੀ ਗਈ। ਪਰ ਇੱਕ ਵਾਰੀ ਮੈਂ ਜਦੋਂ ਕਮਰੇ ਵਿੱਚ ਆਇਆ ਤਾਂ ਉਸ ਦੇ ਰੋਣ ਦਾ ਕਾਰਨ ਪੁੱਛਿਆ। ਉਸਨੇ ਮੈਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਉਹ ਕੌਣ ਸੀ ਜਿਸਨੇ ਉਸ ਦੇ ਨਾਲ ਅਜਿਹੀ ਘਟੀਆ ਹਰਕਤ ਕੀਤੀ ਸੀ। ਨੇਹਾ ਨੇ ਮੈਨੂੰ ਰੋਂਦੇ ਹੋਏ ਕਿਹਾ, ਮੈਨੂੰ ਉਸ ਤੋਂ ਡਰ ਲੱਗਦਾ ਹੈ, ਉਹ ਫੇਰ ਆ ਜਾਊਗਾ। ਉਸ ਦਿਨ ਮੈਨੂੰ ਆਪ ਹੀ ਦੱਸਣ ਲੱਗੀ ਕਿ ਮੇਰੇ ਗਵਾਂਢ ਵਿੱਚ ਇੱਕ ਅੰਕਲ ਰਹਿੰਦੇ ਸੀ ਜੋ ਮੈਨੂੰ ਚੀਜ਼ਾਂ ਦਾ ਲਾਲਚ ਦੇ ਕੇ ਛੱਤ ਤੇ ਬੁਲਾਉਂਦੇ ਤੇ ਇੱਕ ਦਿਨ ਮੇਰੇ ਨਾਲ ਜ਼ਬਰਦਸਤੀ ਕੀਤੀ ਸੀ। ਨੇਹਾ ਕਹਿਣ ਲੱਗੀ, ਉਸਨੇ ਮੇਰੇ ਮੂੰਹ ਤੇ ਰੁਮਾਲ ਬੰਨ੍ਹ ਦਿੱਤਾ ਸੀ ਤੇ ਮੇਰੇ ਹੱਥ ਪੈਰ ਵੀ ਬੰਨ੍ਹ ਦਿੱਤੇ ਸੀ। ਮੈਨੂੰ ਬਹੁਤ ਡਰ ਲੱਗਦਾ ਹੈ। ਉਹ ਕਹਿੰਦਾ ਸੀ, ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਫੇਰ ਆਊਂਗਾ ਤੇ ਤੈਨੂੰ ਫੇਰ ਬੰਨ੍ਹ ਦੇਵਾਂਗਾ, ਫੇਰ ਤੋਂ ਤੈਨੂੰ ਇੰਨੀ ਹੀ ਤਕਲੀਫ ਦਊਂਗਾ। ਮੈਨੂੰ ਬਹੁਤ ਦਰਦ ਹੋਇਆ ਸੀ। ਇਹ ਸੁਣ ਕੇ ਮੈਨੂੰ ਰੋਣਾ ਆ ਗਿਆ ਤੇ ਨੇਹਾ ਵੀ ਰੋਣ ਲੱਗੀ। ਉਸ ਦਾ ਦਰਦ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਇੱਕ ਬੱਚੀ ਸੀ ਜਿਸ ਦਾ ਦਿਮਾਗ ਇੱਕ ਛੋਟੇ ਬੱਚੇ ਵਾਂਗ ਸੀ। ਕਿੱਦਾਂ ਕੋਈ ਦਰਿੰਦਾ ਉਸ ਨਾਲ ਜ਼ੁਲਮ ਕਰ ਸਕਦਾ। ਸ਼ਾਇਦ ਉਸ ਆਦਮੀ ਦੇ ਸੀਨੇ ਵਿੱਚ ਦਿਲ ਨਹੀਂ ਪੱਥਰ ਸੀ ਜੋ ਉਸ ਨੂੰ ਡਰਾਉਂਦਾ ਸੀ ਕਿ ਤੈਨੂੰ ਮੈਂ ਮਾਰ ਦੇਵਾਂਗਾ। ਇਸ ਲਈ ਉਹ ਆਦਮੀਆਂ ਦੇ ਕੋਲ ਜਾਣ ਤੋਂ ਡਰਦੀ ਸੀ। ਮੈਨੂੰ ਕਹਿਣ ਲੱਗੀ, ਤੁਸੀਂ ਤਾਂ ਮੇਰੇ ਨਾਲ ਏਦਾਂ ਨਹੀਂ ਕਰੋਗੇ ਨਾ। ਉਸ ਦਾ ਭੋਲਾਪਣ ਤੇ ਘੱਟ ਦਿਮਾਗ ਦੀ ਵਜ੍ਹਾ ਨਾਲ ਉਸ ਨੂੰ ਇਸਤੇਮਾਲ ਕੀਤਾ ਗਿਆ ਸੀ। ਇਹ ਗੱਲ ਮੈਂ ਡਾਕਟਰ ਨੂੰ ਦੱਸੀ ਤਾਂ ਉਸ ਨੇ ਬੜੇ ਪਿਆਰ ਨਾਲ ਕਿਹਾ ਕਿ ਮੈਂ ਤੇਰਾ ਦੋਸਤ ਹਾਂ, ਮੈਂ ਤੈਨੂੰ ਕੁਝ ਨਹੀਂ ਹੋਣ ਦੇਵਾਂਗਾ। ਮੇਰੀ ਗੱਲ ਸੁਣ ਕੇ ਨੇਹਾ ਖੁਸ਼ ਹੋ ਗਈ ਸੀ ਅਤੇ ਹੁਣ ਉਹ ਮੇਰੇ ਤੋਂ ਨਹੀਂ ਡਰਦੀ ਸੀ ਤੇ ਅਚਾਨਕ ਹੀ ਬੱਚਿਆਂ ਦੇ ਵਾਂਗ ਖੁਸ਼ ਹੋ ਜਾਂਦੀ, ਮੇਰੇ ਨਾਲ ਗੱਲਾਂ ਕਰਦੀ। ਜਦੋਂ ਮੈਂ ਖਿਡੌਣੇ ਦਿੰਦਾ ਤਾਂ ਬਹੁਤ ਖੁਸ਼ ਹੁੰਦੀ। ਇੱਕ ਵਾਰੀ ਮੈਂ ਜ਼ਮੀਨ ਤੇ ਸੌਣ ਲੱਗਿਆ, ਉਸਨੇ ਮੈਨੂੰ ਕਿਹਾ ਕਿ ਮੇਰੇ ਨਾਲ ਬੈੱਡ ਤੇ ਸੌਂ, ਤੂੰ ਮੇਰਾ ਦੋਸਤ ਹੈ, ਮੈਨੂੰ ਤੇਰੇ ਤੋਂ ਡਰ ਨਹੀਂ ਲੱਗਦਾ। ਮੈਂ ਉਸ ਨਾਲ ਬੈੱਡ ਤੇ ਸੌਂ ਗਿਆ ਤੇ ਉਸਨੇ ਆਪਣਾ ਮੂੰਹ ਮੇਰੇ ਹਿੱਕ ਤੇ ਰੱਖਿਆ ਤੇ ਮੇਰੇ ਕਰੀਬ ਹੋਈ ਤੇ ਮੇਰਾ ਦਿਲ ਇੱਕਦਮ ਧੜਕਣ ਲੱਗ ਗਿਆ ਸੀ ਤੇ ਫਿਰ ਸੀਨੇ ਤੇ ਹੱਥ ਰੱਖ ਕੇ ਮੈਨੂੰ ਕਹਿਣ ਲੱਗੀ, ਤੁਸੀਂ ਬਹੁਤ ਚੰਗੇ ਹੋ, ਮੈਨੂੰ ਨਾ ਛੱਡਣਾ। ਮੇਰੀਆਂ ਭਾਬੀਆਂ ਮੈਨੂੰ ਮਾਰਦੀਆਂ ਨੇ ਤੇ ਤੇਰੀ ਮਾਂ ਵੀ ਮੈਨੂੰ ਕਹਿ ਰਹੀ ਸੀ ਕਿ ਅਸੀਂ ਤੈਨੂੰ ਨਹੀਂ ਰੱਖਾਂਗੇ, ਤੈਨੂੰ ਛੱਡ ਦੇਵਾਂਗੇ। ਪਲੀਜ਼ ਮੈਨੂੰ ਨਾ ਛੱਡਿਓ, ਜੇ ਮੈਂ ਘਰ ਗਈ ਤਾਂ ਮੈਨੂੰ ਫੇਰ ਉਹ ਮਾਰਨਗੇ।
ਤੇ ਉਹ ਮੇਰੇ ਕੋਲ ਆ ਜਾਊਗਾ। ਉਹ ਮੇਰੇ ਨਾਲ ਲੱਗੀ ਰੋਂਦੀ ਰਹੀ ਤੇ ਮੈਨੂੰ ਬੇਨਤੀ ਕਰਦੀ ਰਹੀ, ਪਰ ਮੈਂ ਚੁੱਪ ਸੀ, ਇੱਕ ਸ਼ਬਦ ਵੀ ਨਹੀਂ ਕਹਿ ਪਾਇਆ। ਉਹ ਰੋਂਦੇ-ਰੋਂਦੇ ਸੌਂ ਗਈ। ਮੈਂ ਉਸ ਨੂੰ ਆਪਣੇ ਤੋਂ ਪਰੇ ਕੀਤਾ ਤੇ ਜ਼ਮੀਨ ਤੇ ਸੌਂ ਗਿਆ, ਪਰ ਪੂਰੀ ਰਾਤ ਸੋਚਦਾ ਰਿਹਾ। ਬਹੁਤ ਮੁਸ਼ਕਿਲ ਹੁੰਦਾ ਹੈ ਕਿ ਕੁੜੀ ਦੇ ਨਾਲ ਜ਼ਿੰਦਗੀ ਗੁਜ਼ਾਰਨਾ। ਮੇਰੀ ਸਾਰੀ ਜ਼ਿੰਦਗੀ ਦਾ ਸਵਾਲ ਸੀ। ਹੁਣ ਉਸਦੇ ਪਾਪਾ ਵੀ ਠੀਕ ਹੋ ਗਏ ਸੀ ਤੇ ਮੇਰੀ ਮਾਂ ਮੈਨੂੰ ਕਹਿ ਰਹੀ ਸੀ ਕਿ ਇਸ ਦਾ ਕਿੱਸਾ ਖਤਮ ਕਰ। ਇੱਕ ਮਰਦ ਹੋਣ ਦੇ ਨਾਤੇ ਮੇਰੇ ਅੰਦਰ ਵੀ ਜਜ਼ਬਾਤ ਸੀ ਕਿ ਮੈਂ ਕਿਉਂ ਇਹੀ ਜਿਹੀ ਕੁੜੀ ਨਾਲ ਸਾਰੀ ਜ਼ਿੰਦਗੀ ਕੱਟਾਂ, ਜਿਸ ਨੂੰ ਮੇਰੀਆਂ ਗੱਲਾਂ ਸਮਝਣ ਦੀ ਕੋਈ ਸੋਝੀ ਹੀ ਨਹੀਂ ਸੀ। ਫਿਰ ਕਿਸੇ ਦੂਜੇ ਆਦਮੀ ਦੀ ਹਵਸ ਦਾ ਸ਼ਿਕਾਰ ਵੀ ਬਣ ਚੁੱਕੀ ਸੀ। ਪਰ ਮੈਂ ਸੋਚਿਆ, ਇਹ ਦੋਨਾਂ ਗੱਲਾਂ ਵਿੱਚ ਉਸ ਦਾ ਕੋਈ ਕਸੂਰ ਨਹੀਂ ਸੀ। ਕਿੰਨੀ ਹੀ ਅਜਿਹੀਆਂ ਔਰਤਾਂ ਅਜਿਹੇ ਮਰਦਾਂ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਗੁਜ਼ਾਰ ਲੈਂਦੀਆਂ ਨੇ ਜੋ ਦਿਮਾਗੀ ਤੌਰ ਤੇ ਨਾਰਮਲ ਨਹੀਂ ਹੁੰਦੇ, ਤੇ ਕਿੰਨੇ ਹੀ ਮਰਦ ਅਜਿਹੇ ਹੁੰਦੇ ਨੇ ਜੋ ਆਪਣੀ ਘਰਵਾਲੀਆਂ ਦੇ ਹੁੰਦੇ ਹੋਏ ਵੀ ਬਾਹਰ ਔਰਤਾਂ ਦੇ ਨਾਲ ਚੱਕਰ ਚਲਾਉਂਦੇ ਨੇ ਤੇ ਆਪਣੀਆਂ ਹੱਦਾਂ ਪਾਰ ਕਰ ਦਿੰਦੇ ਨੇ। ਹਾਲਾਂਕਿ ਉਹਨਾਂ ਦੀਆਂ ਘਰਵਾਲੀਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੁੰਦੀ ਹੈ ਕਿ ਉਹਨਾਂ ਦੇ ਘਰਵਾਲੇ ਘਰ ਤੋਂ ਬਾਹਰ ਕੀ ਕਰਦੇ ਨੇ, ਕਿਸ ਨਾਲ ਰਾਤ ਬਿਤਾਉਂਦੇ ਨੇ, ਪਰ ਉਹ ਹੁਣ ਆਪਣਾ ਘਰ ਬਚਾਉਣ ਲਈ ਸਭ ਸਹਿ ਲੈਂਦੀਆਂ ਨੇ। ਜਦੋਂ ਕਿ ਨੇਹਾ ਤਾਂ ਬੇਕਸੂਰ ਸੀ। ਜੋ ਵੀ ਉਸ ਨਾਲ ਹੋਇਆ ਜ਼ਬਰਦਸਤੀ ਹੋਇਆ, ਤਾਂ ਫਿਰ ਸਾਡੇ ਵਰਗੇ ਮਰਦਾਂ 'ਚ ਹੌਸਲਾ ਕਿਉਂ ਨਹੀਂ? ਮੈਂ ਫੈਸਲਾ ਕਰ ਲਿਆ ਤੇ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਮੈਂ ਉਸ ਨੂੰ ਤਲਾਕ ਨਹੀਂ ਦੇਣਾ। ਇਹ ਮੇਰੀ ਜ਼ਿੰਦਗੀ ਹੈ ਤੇ ਮੈਂ ਉਸ ਨਾਲ ਆਪਣੀ ਜ਼ਿੰਦਗੀ ਜੀਣਾ ਚਾਹੁੰਦਾ ਹਾਂ। ਮੇਰੀ ਮਾਂ ਮੇਰੀ ਗੱਲ ਸੁਣ ਕੇ ਮੇਰੇ ਨਾਲ ਗੁੱਸੇ ਹੋ ਗਈ ਤੇ ਕਹਿਣ ਲੱਗੀ, ਆਪਣੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦਾ ਤਾਂ ਤੇਰੀ ਮਰਜ਼ੀ ਹੈ, ਤੇਰੇ ਬੱਚੇ ਵੀ ਅਬਨੋਰਮਲ ਹੀ ਹੋਣਗੇ। ਪਰ ਮੈਂ ਕੋਈ ਜਵਾਬ ਨਾ ਦਿੱਤਾ ਕਿ ਮੈਨੂੰ ਆਪਣੇ ਰੱਬ ਤੇ ਵਿਸ਼ਵਾਸ ਸੀ। ਜਦੋਂ ਮੈਂ ਆਪਣੇ ਜਜ਼ਬਾਤਾਂ ਦੀ ਕੁਰਬਾਨੀ ਦੇ ਕੇ ਇੱਕ ਅਜਿਹੀ ਕੁੜੀ ਨੂੰ ਅਪਣਾ ਰਿਹਾ ਸੀ ਤਾਂ ਮੇਰਾ ਪਰਮਾਤਮਾ ਮੇਰਾ ਜ਼ਰੂਰ ਸਾਥ ਦੇਵੇਗਾ। ਮੈਂ ਆਪਣੇ ਦਫ਼ਤਰ ਤੋਂ ਆਉਂਦੇ ਹੋਏ ਉਸ ਲਈ ਇੱਕ ਸਾੜੀ ਤੇ ਚੂੜੀਆਂ ਲੈ ਕੇ ਆਇਆ, ਉਸ ਨੂੰ ਦਿੱਤੀਆਂ। ਉਹ ਬਹੁਤ ਖੁਸ਼ ਹੋਈ। ਉਹ ਸਭ ਕੁਝ ਪਾ ਕੇ ਮੇਰੇ ਸਾਹਮਣੇ ਆਈ। ਬਹੁਤ ਸੋਹਣੀ ਲੱਗਦੀ ਸੀ। ਉਸ ਦੇ ਚਿਹਰੇ ਤੇ ਮੈਨੂੰ ਕੋਈ ਡਰ ਨਹੀਂ ਦਿਸ ਰਿਹਾ ਸੀ ਤੇ ਬਾਹਾਂ ਵਿੱਚ ਲੈ ਕੇ ਮੈਂ ਉਸਦੇ ਮੱਥੇ ਨੂੰ ਚੁੰਮਿਆ ਤੇ ਸ਼ਰਮਾ ਕੇ ਮੇਰੇ ਨਾਲ ਲੱਗ ਗਈ। ਮੇਰੀ ਮੁਹੱਬਤ ਅਤੇ ਸਬਰ ਕਰਕੇ ਉਸ ਦੀ ਹਾਲਤ ਹੁਣ ਠੀਕ ਹੋ ਰਹੀ ਸੀ ਅਤੇ ਮੈਂ ਉਸ ਨੂੰ ਅੱਗੇ ਨਾਲੋਂ ਵੀ ਜ਼ਿਆਦਾ ਉਸ ਦਾ ਧਿਆਨ ਰੱਖਦਾ ਤੇ ਉਸ ਨੂੰ ਪਿਆਰ ਬਹੁਤ ਕਰਦਾ ਸੀ, ਜਿਸ ਕਰਕੇ ਉਸ ਵਿੱਚ ਸੁਧਾਰ ਹੋ ਗਿਆ ਸੀ ਤੇ ਮੈਂ ਉਸ ਦਾ ਇਲਾਜ ਇੱਕ ਚੰਗੇ ਡਾਕਟਰ ਤੋਂ ਕਰਵਾਇਆ। ਉਹ ਪਹਿਲਾਂ ਤੋਂ ਬਿਹਤਰ ਹੋ ਗਈ ਸੀ। ਮੇਰੇ ਬਹੁਤ ਕੰਮ ਕਰ ਦਿੰਦੀ ਸੀ। ਜਦੋਂ ਮੇਰੇ ਘਰ ਪਹਿਲਾ ਬੇਟਾ ਪੈਦਾ ਹੋਇਆ ਤਾਂ ਮੇਰੇ ਦਿਮਾਗ ਵਿੱਚ ਮੇਰੀਆਂ ਮਾਂ ਦੀਆਂ ਗੱਲਾਂ ਘੁੰਮਣ ਲੱਗੀਆਂ, ਪਰ ਜਿੱਦਾਂ-ਜਿੱਦਾਂ ਵੱਡਾ ਹੋਇਆ ਮੈਂ ਪਰਮਾਤਮਾ ਦਾ ਧੰਨਵਾਦ ਕੀਤਾ। ਉਹ ਬਿਲਕੁਲ ਸਹੀ ਸੀ। ਮਾਂ ਬਣਨ ਤੋਂ ਬਾਅਦ ਉਸ ਵਿੱਚ ਹੋਰ ਸੁਧਾਰ ਆ ਗਿਆ ਸੀ। ਸ਼ਾਇਦ ਉਹ ਮੇਰੇ ਪਿਆਰ ਤੇ ਭਗਵਾਨ ਦਾ ਆਸ਼ੀਰਵਾਦ ਸੀ। ਸੋ ਤੁਹਾਨੂੰ ਕੀ ਲੱਗਦਾ ਹੈ, ਮੇਰਾ ਫੈਸਲਾ ਨੇਹਾ ਨੂੰ ਲੈ ਕੇ ਸਹੀ ਸੀ? ਕੀ ਮੈਂ ਸਹੀ ਕੀਤਾ? ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ ਨਵੀਂ ਕਹਾਣੀ ਨਾਲ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।